बहुत ही प्यारे बच्चों, मैं हाँ ਤੁਹਾਡਾ ਬਨੀਤ ਕੁਮਾਰ। ਅਸੀਂ ਅੱਜ ਲੈਸਨ ਵੀ ਸਮਾਜਿਕ ਸਿੱਖਿਆ ਨਾਗਰਿਕ ਸ਼ਾਸਤਰ ਕਲਾਸ 6ਵੀਂ ਦਾ ਪੜਾਂਗੇ। ਤਾਂ ਤੁਸੀਂ ਮੈਨੂੰ ਉਮੀਦ ਆ ਕਿ ਤੁਸੀਂ ਬਹੁਤ ਧਿਆਨ ਦੇ ਨਾਲ ਇਹਨੂੰ ਲੈਸਨ ਨੂੰ ਸੁਣੋਗੇ। ਸੀ ਥਿੰਗ ਐਂਡ ਵੰਡਰ, ਮੈਂ ਕੀ ਦੇਖ ਰਿਹਾ ਹਾਂ, ਮੈਂ ਕੀ ਸੋਚ ਰਿਹਾ ਹਾਂ, ਮੈਂ ਕੀ ਕਿਉਂ ਹੈਰਾਨ ਹਾਂ। ਪੂਰਵ ਗਿਆਨ। ਬੱਚਿਓ, ਤੁਸੀਂ ਕਿੱਥੇ ਰਹਿੰਦੇ ਹੋ? ਅਸੀਂ ਪਿੰਡ ਦੇ ਵਿੱਚ ਰਹਿੰਦੇ ਹਾਂ। ਪਿੰਡ ਦਾ ਮੁਖੀ ਕੌਣ ਹੁੰਦਾ ਹੈ? ਪਿੰਡ ਦਾ ਮੁਖੀ ਸਰਪੰਚ ਹੁੰਦਾ ਹੈ। ਇਸੇ ਤਰ੍ਹਾਂ ਸ਼ਹਿਰ ਦਾ ਮੁਖੀ ਕੌਣ ਹੁੰਦਾ ਹੈ? ਸ਼ਹਿਰ ਦਾ ਮੁਖੀ ਪ੍ਰਧਾਨ ਹੁੰਦਾ ਹੈ। ਸ਼ਹਿਰ ਦੇ ਵਿਕਾਸ ਦੇ ਕੰਮ ਕੌਣ ਕਰਦਾ ਹੈ? ਨਗਰਪਾਲਿਕਾ, ਨਗਰ ਨਿਗਮ। ਨਗਰਪਾਲਿਕਾ ਤੋਂ ਤੁਹਾਡਾ ਕੀ ਭਾਵ ਹੈ? ਨਗਰਪਾਲਿਕਾ ਇੱਕ ਸੰਸਥਾ ਗੀ ਜਿਹੜੀ ਕਿ ਪ੍ਰਧਾਨ, ਕਮੇਟੀ ਮੈਂਬਰਸ, ਚੁਣੇ ਹੋਏ MCs, ਮਿਊਨਿਸਪਲ ਕਮੇਟੀ ਮੈਂਬਰਸ ਉਹਦੇ ਵਿੱਚ ਕੀ ਕਰਦੇ ਆ? ਕੰਮ ਕਰਦੇ ਹਨ। ਪਿਆਰੇ ਬੱਚਿਓ, ਇਸ ਲੈਸਨ ਦਾ ਉਦੇਸ਼, ਜਿਹੜਾ ਲੈਸਨ ਦਾ ਉਦੇਸ਼ ਆ, ਲੈਸਨ ਹੈਗਾ ਬੀਮਾ, ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ। ਤਾਂ ਇਸ ਲੈਸਨ ਦਾ ਉਦੇਸ਼ ਆ ਤੁਹਾਨੂੰ ਆਪਣੇ ਸ਼ਹਿਰ ਬਾਰੇ ਜਾਣਕਾਰੀ ਦੇਣਾ। ਇੱਕ ਆਪਣਾ ਅਗਲਾ ਉਦੇਸ਼ ਹੈਗਾ ਇਹਨੂੰ ਨਗਰਪਾਲਿਕਾ ਬਾਰੇ ਜਾਣਕਾਰੀ ਦੇਣਾ। ਬਹੁਤੇ ਬੱਚਿਆਂ ਨੂੰ ਨਗਰਪਾਲਿਕਾ ਬਾਰੇ ਨਹੀਂ ਪਤਾ ਹੋਵੇਗਾ। ਵਿਦਿਆਰਥੀਆਂ ਦੀ ਸਮਾਜਿਕ ਵਿਸ਼ੇ ਵਿੱਚ ਰੁਚੀ ਪੈਦਾ ਕਰਨੀ, ਕਿਉਂਕਿ ਕਈ ਵਾਰੀ ਅਸੀਂ ਕਹਿੰਦੇ ਹਾਂ ਬੱਚਿਆਂ ਨੂੰ ਇਹ ਲੈਸਨ ਆ ਜਿਹੜਾ ਵਧੀਆ ਨਹੀਂ ਲੱਗਦਾ। ਇਹਦਾ ਕਾਰਨ ਰੁਚੀ ਦਾ ਘੱਟ ਹੋਣਾ ਹੈ। ਤਾਂ ਅਸੀਂ ਅੱਜ ਗੱਲ ਕਰਾਂਗੇ ਸਥਾਨਕ ਸਰਕਾਰ ਅਤੇ ਸ਼ਹਿਰੀ ਵਿਕਾਸ ਦੀ। ਜਿਸ ਤਰ੍ਹਾਂ ਪਿਆਰੇ ਬੱਚਿਓ ਤੁਸੀਂ ਦੇਖ ਰਹੇ ਹੋ ਤਸਵੀਰ ਦੇ ਵਿੱਚ ਕਿ ਇੱਕ ਸਾਡੇ ਪਾਸੇ ਝਾੜੂ ਲਗਾ ਰਿਹਾ, ਸਫਾਈ ਹੋ ਰਹੀ ਆ। ਤਾਂ ਉਸ ਤੋਂ ਬਾਅਦ ਸਾਡੇ ਕੋਲ ਮਿਊਨਿਸਪਲ MC ਕਮੇਟੀ ਦਾ ਦਫ਼ਤਰ ਆ, ਸਥਾਨਕ ਸਰਕਾਰ ਅਤੇ ਸ਼ਹਿਰੀ ਵਿਕਾਸ ਦਾ ਦਫ਼ਤਰ ਆ। ਉਸ ਤੋਂ ਬਾਅਦ ਇੱਕ ਤਸਵੀਰ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਕਿ ਇਸ ਦੇ ਵਿੱਚ ਸੜਕਾਂ ਦਾ ਨਿਰਮਾਣ ਹੋ ਰਿਹਾ, ਜਿਹੜੀਆਂ ਸਾਡੇ ਪਿੰਡਾਂ ਨੂੰ, ਸ਼ਹਿਰਾਂ ਨੂੰ ਇੱਕ ਨਾਲੋਂ ਦੂਜੇ ਨਾਲ ਕੀ ਕਰਦੀਆਂ ਨੇ? ਜੋੜਦੀਆਂ ਹਨ। ਤਾਂ ਇਸ ਤਰ੍ਹਾਂ ਪਿਆਰੇ ਬੱਚਿਓ 75% ਜਨਸੰਖਿਆ ਜਿਹੜੀ ਪਿੰਡਾਂ ਦੇ ਵਿੱਚ ਰਹਿੰਦੀ ਆ। ਭਾਰਤ ਵਿੱਚ ਪਿੰਡਾਂ ਦੀ ਲਗਭਗ ਗਿਣਤੀ ਹੈ ਜਿਹੜੀ ਉਹ ਕਿੰਨੀ ਆ? 6 ਲੱਖ ਹੈ। ਇਸੇ ਤਰ੍ਹਾਂ ਪਿਆਰੇ ਬੱਚਿਓ ਜੇਕਰ ਅਸੀਂ ਗੱਲ ਕਰੀਏ ਸ਼ਹਿਰ ਦੀ, ਤਾਂ 70% ਲੋਕ ਨੇ ਜਿਹੜੇ ਸ਼ਹਿਰਾਂ ਦੇ ਵਿੱਚ ਰਹਿੰਦੇ ਆ। ਤਾਂ ਇਸੇ ਤਰ੍ਹਾਂ ਹੀ ਇੱਕ ਦੇਸ਼ ਦਾ ਜਿਹੜਾ ਸੰਗਠਨ ਹੁੰਦਾ, ਤਾਂ ਸਾਰਿਆਂ ਤੋਂ ਛੋਟਾ ਸੰਗਠਨ ਹੁੰਦਾ ਪਿੰਡ। ਪਿੰਡ ਤੋਂ ਇੱਕ ਛੋਟਾ ਸ਼ਹਿਰ, ਪਿੰਡਾਂ ਨੂੰ ਜਿਹੜਾ ਅਸੀਂ ਜੋੜਦੇ ਹਾਂ, ਤਾਂ ਪਿੰਡਾਂ ਦੇ ਲਗਭਗ ਜਿੰਨੇ ਅਸੀਂ ਕੋਲ ਜਾਰੀ ਰੱਖਦੇ ਹਾਂ, ਪਿੰਡਾਂ ਨੂੰ ਜੋੜ ਕੇ ਅਸੀਂ ਉਹਨਾਂ ਨੂੰ ਇੱਕ ਤਹਿਸੀਲ ਜਾਂ ਉਹਨਾਂ ਨੂੰ ਇੱਕ ਸਥਾਨਕ ਸਰਕਾਰ ਦਿੰਦੇ ਹਾਂ ਕੋਲ, ਜਿਹੜੀ ਉਹ ਤਹਿਸੀਲ ਪੱਧਰ 'ਤੇ ਹੁੰਦੀ ਆ। ਤਾਂ ਇਸੇ ਤਰ੍ਹਾਂ ਭਾਰਤ ਆ ਜਿਹੜਾ ਸ਼ਹਿਰ ਤੋਂ ਜ਼ਿਲ੍ਹੇ ਤੋਂ ਇੱਕ ਪੰਜਾਬ ਦੇ ਰੂਪ ਦੇ ਵਿੱਚ ਉੱਭਰਿਆ। ਪੰਜਾਬ ਤੋਂ ਜਿਹੜਾ ਇੱਕ ਸਟੇਟ ਦੇ ਰੂਪ ਦੇ ਵਿੱਚ, ਸਟੇਟ ਤੋਂ ਕੇਂਦਰ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਜਿਹੜਾ ਭਾਰਤ ਆ ਉਹ 28 ਰਾਜ ਅਤੇ 9 ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਨਾਲ ਇਸ ਟਾਈਮ ਕਿਹਦੇ ਵਿੱਚ ਹੈਗਾ ਗਾ, ਜਿਹੜੇ ਅਸੀਂ ਗੱਲ ਕਰਦੇ ਹਾਂ। ਤਾਂ ਜਿਹੜਾ ਐਡਾ ਵੱਡਾ ਜਿਹੜਾ ਦੇਸ਼ ਦਾ ਪ੍ਰਬੰਧ ਆ ਉਹ ਕੇਂਦਰੀ ਸਰਕਾਰ ਇਕੱਲੀ ਨਹੀਂ ਚਲਾ ਸਕਦੀ। ਇਸ ਲਈ ਸੰਵਿਧਾਨ ਬਣਾਉਣ ਦੇ ਸਮੇਂ ਉਹਨਾਂ ਨੇ ਇੱਕ ਸੰਘਾਤਮਕ ਸਰਕਾਰ ਦੀ ਸਥਾਪਨਾ ਕੀਤੀ। ਬਾਕੀ ਜਿਹੜੀਆਂ ਰਾਜਾਂ ਸਰਕਾਰਾਂ ਸੀਗੀਆਂ, ਤਾਂ ਉਹਨਾਂ ਦਾ ਪ੍ਰਬੰਧ ਚਲਾਉਣ ਦੇ ਲਈ ਕੁਸ਼ਲਤਾਪੂਰਵਕ ਉਹਨਾਂ ਨੇ ਉਹਨੂੰ ਕਿੱਥੇ ਵੰਡਿਆ? ਆਪਾਂ ਨੂੰ ਪੰਜਾਬ ਨੂੰ 22 ਜ਼ਿਲ੍ਹਿਆਂ ਦੇ ਰੂਪ ਦੇ ਵਿੱਚ ਵੰਡਿਆ। ਇਸੇ ਤਰ੍ਹਾਂ ਇੱਕ ਛੋਟੀ ਇਕਾਈ ਨੂੰ ਜਿਹੜਾ ਅੱਗੇ ਵੰਡਿਆ, ਹਰੇਕ ਪਿੰਡ ਦੇ ਵਿੱਚ ਇੱਕ ਸਰਕਾਰ ਬਣਾਈ, ਜਿਹਨੂੰ ਅਸੀਂ ਕੀ ਕਹਿੰਦੇ ਹਾਂ? ਸਰਪੰਚ, ਪੰਚਾਇਤ ਮੈਂਬਰ ਕਹਿੰਦੇ ਆ। ਤਾਂ ਜਿਹੜੇ ਇਹ ਮੈਂਬਰ ਸੀ ਜਿਹੜੇ ਉਦੋਂ ਬਾਅਦ ਜਿਹੜੀਆਂ ਗੱਲਾਂ ਜੁੜਦੀਆਂ ਨੇ, ਜੁੜਨ ਤੋਂ ਬਾਅਦ ਸਾਡੇ ਨਾਲ ਕੀ ਬਣਦੀ ਆ? ਇੱਕ ਸ਼ਹਿਰ ਬਣਦਾ। ਸ਼ਹਿਰ ਦੇ ਵਿੱਚ ਜਿਹੜੀਆਂ ਇਹ ਕਮੇਟੀਆਂ ਹੁੰਦੀਆਂ ਨੇ MC ਮੈਂਬਰਸ, ਮਿਊਨਿਸਪਲ ਕਮੇਟੀ ਮੈਂਬਰਸ, ਤਾਂ ਉਹਦੇ ਬਾਰੇ ਗੱਲ ਕੀਤੀ ਗਈ ਹੈ। ਤਾਂ ਪਿਆਰੇ ਬੱਚਿਓ ਇੱਕ ਵੀਡੀਓ ਦਿਖਾ ਰਿਹਾ ਮੈਂ, ਵੀਡੀਓ ਤੋਂ ਬਾਅਦ ਇੱਕ ਸਾਡੇ ਕੋਲ ਸਥਾਨਕ ਸਰਕਾਰ ਅਤੇ ਸ਼ਹਿਰੀ ਵਿਕਾਸ
ਆਧੁਨਿਕ ਪਿੰਡਾਂ ਦੀ ਤਰ੍ਹਾਂ ਸ਼ਹਿਰਾਂ ਦੀ ਆਰਥਿਕ ਅਤੇ ਸਮਾਜਿਕ ਰਾਜਨੀਤਿਕ ਪੱਖਾਂ ਵੀ ਕਾਫੀ ਤਬਦੀਲੀ ਆ ਚੁੱਕੀਆਂ ਹਨ। ਇਸੇ ਕਾਰਨ ਪੇਂਡੂ ਜਨਤਾ ਰੁਜ਼ਗਾਰ ਦੀ ਭਾਲ ਵਿੱਚ ਸ਼ਹਿਰਾਂ ਵਿੱਚ ਜਾਣ ਲੱਗੀ। ਇਸ ਤਰ੍ਹਾਂ ਸ਼ਹਿਰੀ ਦਾ ਵਿਕਾਸ ਹੋਇਆ। ਤਾਂ ਜਿਹੜੇ ਪਹਿਲਾਂ ਪਿੰਡ ਦੇ ਵਿੱਚ ਲੋਕ ਰਹਿੰਦੇ ਸੀਗੇ ਤਾਂ ਉਹ ਰਾਜਨੀਤਿਕ ਪੱਖਾਂ ਤੋਂ ਕਾਫੀ ਤਬਦੀਲੀਆਂ ਆ ਚੁੱਕੀਆਂ ਨੇਗੀਆਂ। ਭਾਵੇਂ ਮਨੁੱਖੀ ਇਤਿਹਾਸ ਵਿੱਚ ਪਿੰਡ ਪਹਿਲਾਂ ਹੋਂਦ ਵਿੱਚ ਆਏ ਅਤੇ ਸ਼ਹਿਰ ਬਾਅਦ ਦੇ ਵਿੱਚ, ਪਰੰਤੂ ਮਨੁੱਖੀ ਵਿਕਾਸ ਦੇ ਇਤਿਹਾਸ ਵਿੱਚ ਪਿੰਡਾਂ ਦੀ ਹੋਂਦ ਵਿੱਚ ਉਦਯੋਗੀ ਅਤੇ ਵਪਾਰ ਦੇ ਧੰਦਿਆਂ ਦਾ ਵਿਕਾਸ ਸ਼ਹਿਰੀ ਹੋਂਦ ਵਿੱਚ ਆਏ। ਪਿੰਡਾਂ ਵਿੱਚ ਕੱਚੇ ਮਾਲ, ਵਧੇਰੇ ਉਤਪਾਦਨ, ਮਨੁੱਖੀ ਲੋੜਾਂ ਅਤੇ ਵਧਣ ਦੇ ਨਾਲ ਪਿੰਡਾਂ ਵਿੱਚ ਕਸਬੇ, ਲਘੂ ਉਦਯੋਗ ਆਰੰਭ ਹੋਏ। ਸਮੇਂ ਦੇ ਨਾਲ ਨਾਲ ਕੱਚੇ ਮਾਲ ਦੀ ਖਪਤ ਵਿੱਚ ਛੋਟੇ ਉਦਯੋਗ, ਉਦਾਹਰਨ ਵਜੋਂ ਕੱਪੜੇ ਬੁਣਨ ਵਾਲੀਆਂ ਖੱਡੀਆਂ ਦਾ ਜਨਮ ਹੋਇਆ। ਕੁਝ ਸਮੇਂ ਬਾਅਦ ਮਸ਼ੀਨੀ ਕੱਪੜਾ, ਕਈ ਤਰ੍ਹਾਂ ਦੀਆਂ ਮਸ਼ੀਨੀ ਪੁਰਜੇ, ਖਾਦ ਵੱਡੇ ਕਾਰਖਾਨਿਆਂ ਵਿੱਚ ਤਿਆਰ ਹੋਣ ਲੱਗ ਪਈਆਂ। ਪੇਂਡੂ ਜਨਤਾ ਰੁਜ਼ਗਾਰ ਦੀ ਭਾਲ ਵਿੱਚ ਸ਼ਹਿਰਾਂ ਵੱਲ ਜਾਣ ਲੱਗੀ। ਇਸੇ ਤਰ੍ਹਾਂ ਹੌਲੀ ਹੌਲੀ ਸ਼ਹਿਰ ਦਾ ਵਿਕਾਸ ਹੋਇਆ। ਤਾਂ ਪਿਆਰੇ ਬੱਚਿਓ, ਇਸ ਤਰ੍ਹਾਂ ਕੀ ਹੋਇਆ? ਸ਼ਹਿਰ ਦਾ ਵਿਕਾਸ ਹੋਇਆ। ਪਿੰਡਾਂ ਵਿੱਚ 90% ਲੋਕ ਘੱਟ ਕੇ 75% ਲੋਕ ਰਹਿ ਗਏ। ਸ਼ਹਿਰੀ ਬਸੋ ਦੀ ਸਥਾਨਕ ਲੋੜਾਂ ਦੀ ਪੂਰਤੀ ਵਿੱਚ ਪਿੰਡਾਂ ਦੀ ਪੰਚਾਇਤ ਦੀ ਰਾਜ ਦੀ ਤਰ੍ਹਾਂ ਸ਼ਹਿਰਾਂ ਦਾ ਰਾਜ ਪ੍ਰਬੰਧ ਚਲਾਉਣ ਲਈ ਸਰਕਾਰ ਦੀ ਲੋੜ ਹੁੰਦੀ ਹੈ। ਸ਼ਹਿਰੀ ਅਤੇ ਸਥਾਨਕ ਸਰਕਾਰਾਂ। ਸ਼ਹਿਰ ਵਿੱਚ ਆਵਾਜਾਈ ਸੰਚਾਰ ਦੇ ਸਾਧਨ ਬਹੁਤ ਵਿਕਾਸ ਹੋਇਆ। ਸ਼ਹਿਰ ਵਾਸੀਆਂ ਦੀਆਂ ਵਧੇਰੇ ਲੋੜਾਂ ਪੂਰਤੀ ਧਨ ਦੀ ਜ਼ਰੂਰਤ ਹੁੰਦੀ ਹੈ। ਸਥਾਨਕ ਲੋੜਾਂ ਦੀ ਪੂਰਤੀ ਅਤੇ ਕੇਂਦਰੀ ਅਤੇ ਰਾਜ ਸਰਕਾਰ ਕੰਮਾਂ ਵਿੱਚ ਕੀ ਕਰਦੀ ਆ? ਸਹਾਇਤਾ ਕਰਦੀ ਹੈ। ਇਸੇ ਤਰ੍ਹਾਂ ਪਿਆਰੇ ਬੱਚਿਓ, ਆਵਾਜਾਈ ਦਾ ਕੀ ਹੋਇਆ? ਵਿਕਾਸ ਹੋਇਆ। ਆਵਾਜਾਈ ਦੇ ਵਿਕਾਸ ਦੇ ਨਾਲ ਸ਼ਹਿਰਾਂ ਨੂੰ ਪਿੰਡਾਂ ਦੇ ਨਾਲ ਜੋੜਿਆ। ਤਾਂ ਸ਼ਹਿਰੀ ਸਥਾਨਕ ਸ਼ਾਸਨ, ਜਿਸ ਦੀ ਪਿੰਡ ਸ਼ਹਿਰ ਵਿੱਚ ਅਸੀਂ ਰਹਿੰਦੇ ਹਾਂ, ਉੱਥੇ ਹੋਰ ਵੀ ਬਹੁਤ ਲੋਕ ਰਹਿੰਦੇ ਹਨ ਜਿਨ੍ਹਾਂ ਦੀਆਂ ਰੋਜ਼ਾਨਾ ਜੀਵਨ ਦੀਆਂ ਲੋੜਾਂ ਦੀ ਪੂਰਤੀ ਲਈ ਜ਼ਰੂਰੀ ਸਹੂਲਤਾਂ ਵਿਕਾਸ ਉੱਥੇ ਸਥਾਨਕ ਸਰਕਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਪੇਂਡੂ ਸਥਾਨਕ ਸ਼ਾਸਨ ਦੀਆਂ 3 ਇਕਾਈਆਂ ਹਨ। ਸ਼ਹਿਰੀ ਸਥਾਨਕ ਸਰਕਾਰਾਂ ਦੀਆਂ ਸੰਸਥਾਵਾਂ, ਨਗਰ ਪੰਚਾਇਤ, ਨਗਰ ਪਾਲਿਕਾਵਾਂ, ਨਗਰ ਨਿਗਮ। ਪਿੰਡਾਂ ਦੀ ਤਰ੍ਹਾਂ ਸ਼ਹਿਰਾਂ ਦੀਆਂ ਸਥਾਨਕ ਸਰਕਾਰਾਂ ਹੁਣ 3 ਸੰਸਥਾਵਾਂ ਹਨ। ਕੁਝ ਸਮਾਂ ਪਹਿਲਾਂ ਜਿਹੜੀਆਂ ਸੰਸਥਾਵਾਂ ਸੀਗੀਆਂ ਉਹਦੇ ਵਿੱਚ ਐਕਟ ਵਿੱਚ ਸੋਧ ਕੀਤੀ। ਤਾਂ ਐਕਟ ਸੋਧ ਦੇ ਨਾਲ ਸ਼ਹਿਰੀ ਸਥਾਨਕ 3 ਭਾਗਾਂ ਦੇ ਵਿੱਚ ਵੰਡੀ: ਨਗਰ ਪੰਚਾਇਤ, ਨਗਰ ਪਾਲਿਕਾ ਤੇ ਨਗਰ ਨਿਗਮ। ਭਾਰਤ ਵਿੱਚ ਸਭ ਤੋਂ ਪਹਿਲਾਂ ਨਗਰ ਪਾਲਿਕਾ ਦੀ ਸਥਾਪਨਾ 17ਵੀਂ ਸਦੀ ਵਿੱਚ ਮਦਰਾਸ ਵਿੱਚ ਕੀਤੀ ਗਈ। ਭਾਰਤ ਆਜ਼ਾਦੀ ਸਮੇਂ ਕੇਵਲ 3 ਸ਼ਹਿਰ ਮਦਰਾਸ, ਬੰਬਈ, ਕਲਕੱਤੇ ਵਿੱਚ ਨਗਰ ਪਾਲਿਕਾਵਾਂ ਹੁੰਦੀਆਂ ਹਨ। ਆਜ਼ਾਦੀ ਤੋਂ ਪਿੱਛੋਂ ਨਗਰ ਪਾਲਿਕਾਵਾਂ ਅਤੇ ਨਗਰ ਨਿਗਮਾਂ ਦੀ ਗਿਣਤੀ ਬਹੁਤ ਵੱਧ ਗਈ। ਸ਼ਹਿਰਾਂ ਵਿੱਚ ਨਗਰ ਪਾਲਿਕਾਵਾਂ ਜਾਂ ਨਗਰ ਨਿਗਮਾਂ ਦੀ ਸਥਾਪਨਾ ਦਾ ਫੈਸਲਾ ਰਾਜ ਸਰਕਾਰ ਜਨਸੰਖਿਆ ਦੇ ਆਧਾਰ 'ਤੇ ਕਰਦੀ ਹੈ। ਨਗਰ ਨਿਗਮ ਦੀ ਸਥਾਪਨਾ ਵਿੱਚ ਬਹੁਤ ਵੱਡੇ ਸ਼ਹਿਰਾਂ ਵਿੱਚ ਕੀਤੀ ਗਈ। ਨਗਰ ਸ਼ਹਿਰ ਕੌਂਸਲ। ਪਿੰਡਾਂ ਵਿੱਚ ਨਗਰ ਪੰਚਾਇਤ। ਹਰੇਕ ਪਿੰਡ ਜਿਸ ਦੀ ਜਨਸੰਖਿਆ 20,000 ਤੋਂ ਘੱਟ ਹੋਵੇ, ਸਥਾਨਕ ਕੰਮਾਂ ਲਈ ਨਗਰ ਨਿਗਮ ਪੰਚਾਇਤ ਬਣਾਈ ਜਾਂਦੀ ਹੈ, ਜਿਸ ਵਿੱਚ ਇਸ ਨੂੰ ਨਗਰ ਪੰਚਾਇਤ ਕਿਹਾ ਜਾਂਦਾ ਹੈ। ਇਸ ਦੇ ਮੈਂਬਰਾਂ ਦੀ ਗਿਣਤੀ ਜਨਸੰਖਿਆ ਦੇ ਆਧਾਰ 'ਤੇ ਮਿਥੀ ਜਾਂਦੀ ਹੈ। ਸਾਰੇ ਖੇਤਰਾਂ ਵਿੱਚ ਨੂੰ ਵਾਰਡਾਂ ਵਿੱਚ ਵੰਡ ਕੇ ਇੱਕ ਮੈਂਬਰ ਦੀ ਚੋਣ ਕੀਤੀ ਜਾਂਦੀ ਹੈ। ਤਾਂ ਪਿਆਰੇ ਬੱਚਿਓ, ਜਿਹੜੇ 20,000 ਤੋਂ ਘੱਟ ਦੇ ਉਹ ਹੁੰਦੇ ਆ, ਜਨਸੰਖਿਆ ਹੁੰਦੀ ਆ ਉੱਥੇ, ਤਾਂ ਉੱਥੇ ਨਗਰ ਪੰਚਾਇਤਾਂ ਹੁੰਦੀਆਂ ਨੇ। ਜਿੱਥੇ 20,000 ਤੋਂ ਵੱਧ ਹੋਵੇ ਤਾਂ ਉੱਥੇ ਨਗਰ ਨਿਗਮ ਹੁੰਦੇ ਆ। ਤਾਂ ਪੰਜਾਬ ਦੇ ਵਿੱਚ ਨਗਰ ਪੰਚਾਇਤ ਕਿਹਾ ਜਾਂਦਾ ਹੈ। ਇਸ ਦੇ ਮੈਂਬਰਾਂ ਦੀ ਗਿਣਤੀ ਜਨਸੰਖਿਆ ਦੇ ਆਧਾਰ 'ਤੇ ਮਿਥੀ ਜਾਂਦੀ ਹੈ। ਤਾਂ ਸਾਰੇ ਜਿਹੜੇ ਖੇਤਰ ਆ, ਖੇਤਰਾਂ ਨੂੰ ਕਿਹਦੇ ਵਿੱਚ ਵੰਡਿਆ ਜਾਂਦਾ ਹੈ? ਵਾਰਡਾਂ ਦੇ ਰੂਪ ਦੇ ਵਿੱਚ। ਵਾਰਡਾਂ ਨੂੰ ਅੱਗੇ ਹਰੇਕ ਵਾਰਡ ਦੇ ਵਿੱਚੋਂ ਇੱਕ ਮੈਂਬਰ ਆ ਜਿਹੜਾ ਉਹ ਚੁਣਿਆ ਜਾਂਦਾ ਹੈ।
ਉਸ ਨੂੰ ਅਸੀਂ MC ਮਿਊਨਿਸਪਲ ਮਾਰਕੀਟ ਕਮੇਟੀ ਮੈਂਬਰ ਦੇ ਨਾਂ ਨਾਲ ਜਾਣਦੇ ਹਾਂ। ਤਾਂ ਇਸੇ ਤਰ੍ਹਾਂ ਜਿਹੜੀ ਸਾਡੀ ਗਿਣਤੀ ਆ ਉਹ ਜਨਸੰਖਿਆ ਦੇ ਆਧਾਰ ਦੇ ਉੱਤੇ ਨਿਰਭਰ ਕਰਦੀ ਹੈ। ਜਿੰਨੀ ਨਗਰ ਪੰਚਾਇਤ ਦੀ ਗਿਣਤੀ ਵੱਧ ਹੋਵੇਗੀ ਉੱਥੇ ਜਿਹੜੇ ਵਾਰਡਾਂ ਦੀ ਸੰਖਿਆ ਉਹ ਕੀ ਹੋਵੇਗੀ, ਵੱਧ ਹੋਵੇਗੀ। ਤਾਂ ਘੱਟੋ ਘੱਟ ਗਿਣਤੀ 6 ਰੱਖੀ ਗਈ ਹੈ। ਇਸੇ ਤਰ੍ਹਾਂ ਮੈਂਬਰ ਇਲਾਕੇ ਦੇ ਵੋਟਰਾਂ ਦੁਆਰਾ ਸਿੱਧੇ ਚੁਣੇ ਜਾਂਦੇ ਹਨ। ਇਸ ਤੋਂ ਇਲਾਵਾ ਉਸੇ ਇਲਾਕੇ ਦਾ ਵਿਧਾਨ ਸਭਾ ਦਾ ਮੈਂਬਰ ਵੀ ਇਸੇ ਦੇ ਮੈਂਬਰ ਦੇ ਹੁੰਦੇ ਹਨ। ਨਗਰ ਪੰਚਾਇਤ ਦੀਆਂ ਸ਼ਕਤੀਆਂ ਤੇ ਕੰਮ। ਵੱਧਦੇ ਕਸਬੇ ਵਿੱਚ ਯੋਜਨਾਵਾਂ ਬਣਾਉਣੀਆਂ, ਨਗਰਾਂ ਨੂੰ ਸੁੰਦਰ ਬਣਾਉਣ ਲਈ ਮਨਜ਼ੂਰੀ ਦੇਣਾ, ਆਪਣੇ ਖੇਤਰ ਵਿੱਚ ਜਨ ਸਿਹਤ ਸਫਾਈ ਤਾਂ ਜਨ ਸਿਹਤ ਡਿਸਪੈਂਸਰੀਆਂ ਖੋਲ੍ਹਣੀਆਂ ਜਿਹੜੀਆਂ ਛੋਟੀਆਂ ਜਦੋਂ ਮੰਨ ਲਓ ਵੀ ਪਿੰਡਾਂ ਦੇ ਵਿੱਚ ਜਿਹਦੇ ਵੱਲ ਧਿਆਨ ਦਿੱਤਾ ਜਾਂਦਾ ਹੈ ਨਗਰ ਪੰਚਾਇਤਾਂ ਦਾ ਕੰਮ ਹੁੰਦਾ ਹੈ। ਸਫਾਈ, ਮੁਹੱਲਿਆਂ ਦੀ ਸਫਾਈ, ਸੜਕਾਂ ਦੀ ਸਫਾਈ, ਪਾਰਕਾਂ ਦੀ ਸਫਾਈ। ਤਾਂ ਇਸੇ ਤਰ੍ਹਾਂ ਪੁਲਾਂ ਦਾ ਕੀ ਕਰਨਾ, ਨਿਰਮਾਣ ਕਰਨਾ। ਤਾਂ ਬਦਲਦੇ ਹੋਏ ਕਸਬੇ ਦੀਆਂ ਯੋਜਨਾਵਾਂ ਬਣਾਉਣੀਆਂ, ਨਗਰ ਨੂੰ ਸੁੰਦਰ ਬਣਾਉਣ ਦੇ ਲਈ ਪੁਰਾਣੇ ਮਕਾਨਾਂ ਵਿੱਚ ਤਬਦੀਲੀ ਅਤੇ ਕਰਨ ਦੇ ਲਈ ਕੀ ਕਰਨੀ, ਮਨਜ਼ੂਰੀ ਦੇਣਾ। ਖੇਤਰ ਵਿੱਚ ਜਨਹਿਤ ਸਫਾਈ, ਸੜਕਾਂ, ਪੁਲਾਂ ਦੇ ਨਿਰਮਾਣ ਦਾ ਕੀ ਕਰਦੇ ਆ, ਪ੍ਰਬੰਧ ਕਰਦੇ ਆ। ਪਾਰਕਾਂ ਅਤੇ ਖੇਡ ਦੇ ਮੈਦਾਨਾਂ ਦਾ ਪ੍ਰਬੰਧ ਕਰਦੇ ਆ, ਨਗਰ ਪੰਚਾਇਤ ਕਰਦੀ ਆ। ਉਹ ਵਾਤਾਵਰਨ ਨੂੰ ਸਾਫ਼ ਰੱਖਣ ਦੇ ਲਈ ਨਵੇਂ ਦਰੱਖਤਾਂ ਦਾ ਨਿਰਮਾਣ ਕਰਦੀ ਆ, ਨਵੇਂ ਦਰੱਖਤ ਲਗਾਉਂਦੇ ਆ। ਨਗਰ ਪੰਚਾਇਤ ਆਪਣੇ ਕੰਮ ਅਤੇ ਧਨ ਦੀ ਜ਼ਰੂਰਤ ਹੁੰਦੀ ਹੈ, ਜਿਵੇਂ ਮਕਾਨ ਕਰ, ਵਿਕਰੀ ਕਰ, ਵਾਹਨ ਕਰ ਆਦਿ ਤੋਂ ਇਕੱਠ ਕੀਤਾ ਜਾਂਦਾ ਹੈ। ਨਗਰ ਪੰਚਾਇਤ ਨੂੰ ਸਥਾਨਕ ਵਿਕਾਸ ਦੇ ਲਈ ਸਥਾਨਕ ਸਰਕਾਰ ਦੀ ਕਾਫੀ ਸਹਾਇਤਾ ਕੀਤੀ ਜਾਂਦੀ ਹੈ। ਨਗਰ ਪਾਲਿਕਾ ਦਾ ਸੰਗਠਨ। ਨਗਰ ਪਾਲਿਕਾ ਦੇ ਮੈਂਬਰਾਂ ਨੂੰ ਕੌਂਸਲਰ ਕਿਹਾ ਜਾਂਦਾ ਹੈ। ਇਸ ਦੇ ਮੈਂਬਰ ਦੋ ਤਰ੍ਹਾਂ ਦੇ ਹੁੰਦੇ ਹਨ। ਪੰਜਾਬ ਵਿੱਚ ਨਗਰ ਪਾਲਿਕਾ ਦੇ ਮੈਂਬਰਾਂ ਦੀ ਗਿਣਤੀ 2 ਤੋਂ 29 ਹੁੰਦੀ ਹੈ। ਤਾਂ ਪਿਆਰੇ ਬੱਚਿਓ, ਨਗਰ ਪਾਲਿਕਾ ਦੇ ਜਿਹੜੇ ਮੈਂਬਰ ਬਣਦੇ ਆ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ, ਕੌਂਸਲਰ। ਇਹ 2 ਤਰ੍ਹਾਂ ਦੇ ਹੁੰਦੇ ਆ। ਨਗਰ ਪਾਲਿਕਾ ਮੈਂਬਰ ਘੱਟ ਤੋਂ ਘੱਟ ਇਹਨਾਂ ਦੀ ਗਿਣਤੀ 2, ਵੱਧ ਤੋਂ ਵੱਧ 29 ਜਨਸੰਖਿਆ ਦੇ ਆਧਾਰ 'ਤੇ ਮਿਥੀ ਜਾਂਦੀ ਹੈ। ਨਗਰ ਪਾਲਿਕਾ ਸ਼ਹਿਰਾਂ ਦਾ ਸਥਾਨਕ ਪ੍ਰਬੰਧ ਚਲਾਉਣ ਦੀ ਸੰਸਥਾ ਹੁੰਦੀ ਹੈ। ਵੱਡੇ ਸ਼ਹਿਰਾਂ ਦੀ ਜਿਨ੍ਹਾਂ ਦੀ ਜਨਸੰਖਿਆ 10 ਲੱਖ ਤੋਂ ਵੱਧ ਹੋਵੇ ਉਹਨਾਂ ਨੂੰ ਅਸੀਂ ਨਗਰ ਨਿਗਮ ਕਹਿੰਦੇ ਹਾਂ। ਜਿਨ੍ਹਾਂ ਦੀ ਜਨਸੰਖਿਆ 10 ਲੱਖ ਤੋਂ ਘੱਟ ਹੋਵੇ ਉਹਨਾਂ ਨੂੰ ਅਸੀਂ ਨਗਰ ਪਾਲਿਕਾ ਕਹਿੰਦੇ ਹਾਂ। ਜਿਨ੍ਹਾਂ ਦੀ ਜਨਸੰਖਿਆ 10 ਲੱਖ ਤੋਂ ਵੱਧ ਹੋਵੇ ਉਹਨਾਂ ਨੂੰ ਅਸੀਂ ਨਗਰ ਨਿਗਮ ਕਹਿੰਦੇ ਹਾਂ। ਨਗਰ ਪਾਲਿਕਾ ਦੀਆਂ ਸਥਾਪਨਾ ਹਰੇਕ ਰਾਜ ਵਿੱਚ ਮਿਊਨਿਸਪਲ ਐਕਟ ਰਾਹੀਂ ਕੀਤੀ ਜਾਂਦੀ ਹੈ। 1994 ਵਿੱਚ ਨਗਰ ਨਿਗਮ ਸੋਧ ਅਧਿਨਿਯਮ ਪਾਸ ਕੀਤਾ ਗਿਆ। ਇਸ ਦੇ ਸ਼ਹਿਰੀ ਸਥਾਨਕ ਸਰਕਾਰ ਦੀ ਬਣਤਰ, ਸ਼ਕਤੀਆਂ, ਆਮਦਨ ਅਤੇ ਸਾਧਨਾਂ ਤਬਦੀਲੀਆਂ ਕੀਤੀਆਂ ਗਈਆਂ ਹਨ। ਇਸ ਸਭ ਤਬਦੀਲੀਆਂ ਲਈ ਸ਼ਹਿਰੀ ਸਥਾਨਕ ਸਰਕਾਰਾਂ ਸ਼ਕਤੀਸ਼ਾਲੀ ਬਣਾਉਂਦੀਆਂ ਹਨ। ਨਗਰ ਨਿਗਮ ਛੋਟੇ ਸ਼ਹਿਰਾਂ ਦੀ ਜਨਸੰਖਿਆ 20,000 ਤੋਂ ਵੱਧ ਵਿੱਚ ਬਣਾਈਆਂ ਜਾਂਦੀਆਂ ਹਨ। ਕਈ ਰਾਜਾਂ ਵਿੱਚ ਇਹਨਾਂ ਨਗਰ ਨਿਗਮਾਂ ਜਾਂ ਨਗਰ ਕਮੇਟੀਆਂ ਕੀ ਕਿਹਾ ਜਾਂਦਾ ਹੈ, ਨਗਰ ਪਾਲਿਕਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸੇ ਤਰ੍ਹਾਂ ਇਹ 3 ਤਰ੍ਹਾਂ ਦੀਆਂ ਹੁੰਦੀਆਂ ਹਨ। ਨਗਰ ਪਾਲਿਕਾਵਾਂ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ? 3। ਪਹਿਲਾ ਦਰਜਾ, ਦੂਜਾ ਦਰਜਾ ਐਂਡ ਤੀਜਾ ਦਰਜਾ। ਤਾਂ ਨਗਰ ਪਾਲਿਕਾ ਦੇ ਅੱਗੇ ਅਸੀਂ ਕੀ ਕਰਾਂਗੇ, ਕੰਮ ਕਰਾਂਗੇ। ਤਾਂ ਨਗਰ ਪਾਲਿਕਾ ਦੇ ਜਿਹੜੇ ਕੰਮ ਨੇ ਉਹ ਕੀ ਹੁੰਦੇ ਨੇਗੇ, ਸ਼ਹਿਰਾਂ ਵਿੱਚ ਬਿਜਲੀ, ਪਾਣੀ, ਸਫਾਈ ਦਾ ਪ੍ਰਬੰਧ ਕਰਨਾ, ਸੜਕਾਂ ਦਾ ਨਿਰਮਾਣ ਕਰਨਾ। ਤਾਂ ਇਸੇ ਤਰ੍ਹਾਂ ਪਿਆਰੇ ਬੱਚਿਓ, ਜਿਹੜਾ ਸਾਡੇ ਕੋਲੇ ਜਿਹੜਾ ਹੁੰਦਾ ਸੜਕਾਂ ਦਾ ਨਿਰਮਾਣ ਕਰਦੇ ਆ, ਜਿਹੜੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੁੰਦੇ ਆ ਤਾਂ ਉਹਨਾਂ ਦੇ ਉੱਤੋਂ ਕੀ ਕਰਦੇ ਨੇ, ਰਾਹਤ ਦਿਵਾਉਂਦੇ ਆ। ਅਸੁਰੱਖਿਅਤ ਇਮਾਰਤਾਂ ਨੂੰ ਢਵਾਉਂਦੇ ਆ ਅਤੇ ਸੜਕਾਂ ਦੀ ਹਮੇਸ਼ਾ ਦੇਖਭਾਲ ਕਰਦੇ ਆ, ਪੁਲਾਂ ਦਾ ਪ੍ਰਬੰਧ ਕਰਦੇ ਆ, ਸਿਹਤ ਕੇਂਦਰਾਂ ਦਾ ਸਫਾਈ ਪ੍ਰਬੰਧ ਕਰਦੇ ਆ। ਨਗਰ ਪਾਲਿਕਾ ਦੇ ਕੰਮ ਨੂੰ ਚਲਾਉਣ ਦੇ ਲਈ ਬਹੁਤ ਸਾਰੇ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਹੁੰਦੇ ਹਨ। ਕਰਮਚਾਰੀ ਅਧਿਕਾਰੀ ਇੰਜੀਨੀਅਰ, ਲੇਖਾਕਾਰ, ਸੁਪਰਡੈਂਟ, ਸਫਾਈ ਅਫਸਰ, ਸਫਾਈ ਸੇਵਕ, ਚਪੜਾਸੀ ਆਦਿ ਹੁੰਦੇ ਹਨ। ਤਾਂ ਜ਼ਿਲ੍ਹਾ ਪ੍ਰਬੰਧ, ਤਾਂ ਜਿਹੜਾ ਇਸ ਤੋਂ ਬਾਅਦ ਸਾਡੇ ਕੋਲੇ ਕੀ ਹੁੰਦਾ, ਜ਼ਿਲ੍ਹਾ ਪ੍ਰਬੰਧ। ਜ਼ਿਲ੍ਹਾ ਪ੍ਰਬੰਧ ਦੇ ਵਿੱਚ ਪਿਆਰੇ ਬੱਚਿਓ, ਸਾਡੇ ਦੇਸ਼ ਭਾਰਤੀ ਦੁਨੀਆ ਵਿੱਚ ਸਭ ਤੋਂ ਲੋਕਤੰਤਰੀ ਦੇਸ਼ ਹੈ। ਇੱਥੇ 28 ਰਾਜ
ਅਤੇ 9 ਕੇਂਦਰੀ ਸ਼ਾਸਿਤ ਪ੍ਰਦੇਸ਼ ਹਨ। ਪਹਿਲਾਂ ਪਿਆਰੇ ਬੱਚਿਓ ਇਹ ਸੀ ਜਿਹੜੇ 9 ਆਪਣੇ ਕੋਲੇ 7 ਕੇਂਦਰੀ ਸ਼ਾਸਿਤ ਪ੍ਰਦੇਸ਼ ਆਪਣੇ ਕੋਲੇ 7 ਸੀਗੇ ਤੇ ਜਿਹੜੇ ਰਾਜ ਸੀ ਉਹ 29 ਸੀ। ਤਾਂ ਜਿਹੜਾ 29ਵਾਂ ਰਾਜ ਆ ਜਿਹੜਾ ਉਹ ਇੱਕ ਰਾਜ ਘਟ ਗਿਆ ਆਪਣੇ ਕੋਲੇ, ਉਹ ਰਾਜ ਨੂੰ ਅਸੀਂ ਇੱਕ ਦਰਜਾ ਘਟਾਤਾ, ਜਿਹੜਾ ਉਹ ਰਾਜ ਕਿਹੜਾ ਸੀ ਉਹ ਜੰਮੂ ਐਂਡ ਕਸ਼ਮੀਰ। ਤਾਂ ਉਹਦੀ ਥਾਂ ਤੇ ਉਹਨਾਂ ਨੇ ਜਿਹੜੇ ਉਹਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਤਾ, 2 ਭਾਗਾਂ ਦੇ ਵਿੱਚ ਵੰਡਤਾ। ਜੰਮੂ ਕਸ਼ਮੀਰ ਨੂੰ 2 ਭਾਗ ਜਿਹੜੇ ਵਧਾਤੇ ਉਹ ਕਿਹੜੇ ਉਹਨਾਂ ਨੂੰ ਕਿਹਦੇ ਵਿੱਚ ਵੰਡਤਾ, ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਵਿੱਚ। ਤਾਂ ਪਹਿਲਾਂ ਸਾਡੇ ਜਿਹੜੇ ਕੇਂਦਰੀ ਸ਼ਾਸਿਤ ਪ੍ਰਦੇਸ਼ ਸੀ ਉਹ ਕਿੰਨੇ ਸੀਗੇ, 7। ਤਾਂ ਹਰੇਕ ਰਾਜ ਵਿੱਚ ਆਪਣੀ ਸਰਕਾਰ ਹੁੰਦੀ ਹੈ, ਹਰੇਕ ਸਰਕਾਰ ਦਾ ਮੁਖੀ ਰਾਜ ਦਾ ਰਾਜਪਾਲ ਹੁੰਦਾ ਹੈ। ਤਾਂ ਪਿਆਰੇ ਬੱਚਿਓ ਅਸੀਂ ਆਹ ਜੰਮੂ ਕਸ਼ਮੀਰ ਤੋਂ ਉੱਤਰ ਦੇ ਵਿੱਚੋਂ ਸ਼ੁਰੂ ਕਰਦੇ ਹਾਂ। ਪੰਜਾਬ ਸਾਡਾ ਇਹ ਆ ਗਿਆ, ਰਾਜਸਥਾਨ, ਗੁਜਰਾਤ, ਇਹ ਸਾਰੇ ਸਾਡੇ ਜਿਹੜੇ ਕੀ ਨੇ ਸਟੇਟ ਨੇ। ਤਾਂ ਜਿਹੜੇ ਰੈੱਡ ਵਾਲੇ ਨੇ ਇਹ ਸਾਰਿਆਂ ਨਾਲੋਂ ਵੱਡੇ ਸਟੇਟ ਨੇ ਤੇ ਆਪਣੇ ਕੋਲੇ ਸਾਰੀਆਂ ਬੇ ਆਫ ਬੰਗਾਲ ਜਿਹੜੇ ਆਪਣੇ ਕੋਲੇ ਪੈਂਦੇ ਆ। ਤਾਂ ਇੱਦਾਂ ਹੀ ਜਿਹੜੇ ਇਸ ਤੋਂ ਇਲਾਵਾ ਨਗਰ ਪਾਲਿਕਾ ਦੇ ਕੁਝ ਕੰਮ ਨੇ ਜਿਹੜੇ ਉਹ ਹੇਠ ਲਿਖੇ ਪ੍ਰਕਾਰ ਹੁੰਦੇ ਨੇ। ਤਾਂ ਅਸੀਂ ਨਗਰ ਨਿਗਮ, ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਨਗਰ ਨਿਗਮ ਦੀ। ਜਿਹੜੇ ਸਥਾਨਕ ਸਰਕਾਰਾਂ ਨੇਗੀਆਂ ਉਹ ਕੀ ਕਰਦੀਆਂ ਨੇ, ਟੈਕਸ ਲਗਾਉਂਦੀਆਂ ਨੇਗੀਆਂ ਤੇ ਸਹੂਲਤਾਂ ਦਿੰਦੀਆਂ ਨੇਗੀਆਂ। ਤਾਂ ਸਾਨੂੰ ਲੱਗਦਾ ਵੀ ਇਕੱਲੀਆਂ ਟੈਕਸ ਹੀ ਲਗਾਉਂਦੀਆਂ ਨੇ, ਜਿਹੜੀਆਂ ਸਾਨੂੰ ਸਹੂਲਤਾਂ ਨਹੀਂ ਮਿਲ ਸਕਦੀਆਂ। ਤਾਂ ਪਿਆਰੇ ਬੱਚਿਓ ਇੱਕ ਨਗਰ ਨਿਗਮ ਇਹਦੇ ਵਿੱਚ ਸੀਗਾ। ਨਗਰ ਨਿਗਮ ਜਿਹੜੇ ਸ਼ਹਿਰੀ ਸਥਾਨਕ ਪ੍ਰਬੰਧ ਦੀ ਸਭ ਤੋਂ ਵਧੇਰੇ ਸ਼ਕਤੀਸ਼ਾਲੀ ਸਿਖਰ ਦੀ ਸੰਸਥਾ ਹੁੰਦੀ ਹੈ। ਇਸ ਦੀ ਸਥਾਪਨਾ ਬਹੁਤ ਵੱਡੇ ਸ਼ਹਿਰ ਵਿੱਚ ਜਿਨ੍ਹਾਂ ਦੀ ਜਨਸੰਖਿਆ 10 ਲੱਖ ਤੋਂ ਵੱਧ ਹੁੰਦੀ ਹੈ ਤਾਂ ਉਹਦੇ ਲਈ ਹੁੰਦੀ ਹੈ ਤੇ 75% ਤੋਂ ਵੱਧ ਨਹੀਂ ਹੋ ਸਕਦੀ। ਭਾਰਤ ਦੇ ਨਗਰ ਨਿਗਮਾਂ ਦੀ ਗਿਣਤੀ ਹੈ ਜਿਹੜੀ 75 ਤੋਂ ਵੱਧ ਨਹੀਂ ਹੋ ਸਕਦੀ। ਸਾਡੇ ਰਾਜ ਪੰਜਾਬ ਵਿੱਚ ਹੁਣ ਤੱਕ 10 ਨਗਰ ਨਿਗਮ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੋਗਾ, ਮੋਹਾਲੀ, ਫਗਵਾੜਾ, ਬਠਿੰਡਾ, ਹੁਸ਼ਿਆਰਪੁਰ, ਪਠਾਨਕੋਟ ਹਨ। ਨਗਰ ਨਿਗਮ ਦੇ ਮੈਂਬਰਾਂ ਦੀ ਚੋਣ ਸ਼ਹਿਰ ਦੇ ਬਾਲਗ ਵੋਟ ਅਧਿਕਾਰ ਦੁਆਰਾ ਸਿੱਧੀ ਕੀਤੀ ਜਾਂਦੀ ਹੈ। ਸਾਰੇ ਜਿਹੜੇ ਸਥਾਨਕ ਨਿਗਮ ਦੇ ਮੈਂਬਰ ਨੇ ਬਾਲਗ ਵੋਟ ਰਾਹੀਂ ਕੀਤੀ ਜਾਂਦੀ ਹੈ। ਤਾਂ ਨਗਰ ਨਿਗਮ ਅਤੇ ਨਗਰ ਪਾਲਿਕਾ ਦੇ ਚੋਣ ਲੜਨ ਵਾਲੇ ਉਮੀਦਵਾਰ ਦੀ ਉਮਰ 21 ਸਾਲ ਹੋਣੀ ਚਾਹੀਦੀ ਹੈ। ਨਗਰ ਨਿਗਮ ਦੇ ਮੈਂਬਰਾਂ ਦੀ ਗਿਣਤੀ ਸ਼ਹਿਰ ਦੀ ਜਨਸੰਖਿਆ ਦੇ ਆਧਾਰ 'ਤੇ ਮਿਤੀ ਜਾਂਦੀ ਹੈ। ਸਥਾਨਕ ਸੰਸਥਾਵਾਂ ਦੀ ਸ਼ਹਿਰੀ ਇਲਾਕੇ ਦੇ ਵਿਧਾਨ ਸਭਾ, ਲੋਕ ਸਭਾ, ਰਾਜ ਸਭਾ ਦੇ ਮੈਂਬਰ ਪਦਵੀਕਰਨ ਮੈਂਬਰ ਹੁੰਦੇ ਹਨ। ਤੁਹਾਡੇ ਸ਼ਹਿਰ ਵਿੱਚ ਰਹਿਣ ਵਾਲੇ ਵਿਦੇਸ਼ੀ ਨਾਗਰਿਕ ਤੁਹਾਡੇ ਸ਼ਹਿਰ ਦੀ ਨਗਰ ਨਿਗਮ ਦੀ ਚੋਣ ਵਿੱਚ ਵੋਟ ਨਹੀਂ ਪਾ ਸਕਦੇ। ਕੋਈ ਵੀ ਦੇਸ਼ ਦਾ ਨਾਗਰਿਕ ਸਥਾਨਕ ਸਰਕਾਰ ਦੀ ਚੋਣ ਵਿੱਚ ਵੋਟ ਪਾ ਸਕਦਾ ਹੈ, ਨਹੀਂ ਪਾ ਸਕਦਾ, ਕਿਉਂਕਿ ਜੇ ਕਈ ਵਾਰੀ ਬਾਹਰਲਾ ਬੰਦਾ ਆਇਆ ਹੁੰਦਾ ਸਾਡੇ ਕੋਲੇ, ਅਸੀਂ ਉਹਨੂੰ ਵੋਟ ਦਾ ਅਧਿਕਾਰ ਨਹੀਂ ਦੇ ਸਕਦੇ। ਜਿਹੜਾ ਨਗਰ ਨਿਗਮ ਦੀ ਵੋਟਰ ਸੂਚੀ ਦੇ ਵਿੱਚ ਵੋਟ ਦਾ ਅਧਿਕਾਰੀ ਹੋਊਗਾ ਉਹ ਹੀ ਵੋਟ ਪਾ ਸਕਦਾ ਹੈ। ਨਗਰ ਨਿਗਮ ਦੇ ਪ੍ਰਧਾਨ ਦੀ ਚੋਣ ਜਿਹੜੀ ਉਹ 5 ਸਾਲ ਦੇ ਲਈ ਕੀਤੀ ਜਾਂਦੀ ਹੈ। ਕੌਂਸਲਰ ਆਪਣੇ ਇੱਕ ਮੇਅਰ ਅਤੇ ਉਪ ਮੇਅਰ ਦੀ ਚੋਣ ਕਰਦਾ ਹੈ। ਇਸੇ ਤਰ੍ਹਾਂ ਸਥਾਨਕ ਸਰਕਾਰਾਂ ਨੇ ਜਿਹੜੀਆਂ ਟੈਕਸ ਲਗਾਉਂਦੀਆਂ ਨੇਗੀਆਂ ਉਹ ਕੀ ਕਰਦੀਆਂ ਨੇ, ਉਸ ਦੇ ਲਈ ਸਹੂਲਤ ਵੀ ਦਿੰਦੀਆਂ ਹਨ। ਕੋਈ ਵੀ ਦੇਸ਼ ਦਾ ਨਾਗਰਿਕ ਸਥਾਨਕ ਸਰਕਾਰਾਂ ਦੀ ਚੋਣ ਵਿੱਚ ਵੋਟ ਪਾ ਨਹੀਂ ਸਕਦਾ। ਨਗਰ ਨਿਗਮ ਦਾ ਸਾਰਾ ਪ੍ਰਬੰਧ ਆ ਜਿਹੜਾ ਉਹ ਕੀ ਕਰਦੀ ਹੈ, ਪੰਚਾਇਤ ਕਰਦੀ ਹੈ। ਜੇਕਰ ਤੁਹਾਨੂੰ ਆਪਣੇ ਸ਼ਹਿਰ ਦਾ ਮੇਅਰ ਬਣਾ ਦਿੱਤਾ ਜਾਵੇ ਤਾਂ ਤੁਸੀਂ ਆਪਣੇ ਵਿਕਾਸ ਦੇ ਲਈ ਸ਼ਹਿਰ ਦੇ ਲਈ ਵਿਕਾਸ ਕਿਵੇਂ ਕਰੋਗੇ। ਤਾਂ ਪਿਆਰੇ ਬੱਚਿਓ ਜੇਕਰ ਤੁਹਾਨੂੰ ਤੁਹਾਡੇ ਸ਼ਹਿਰ ਦਾ ਕੀ ਬਣਾ ਦਿੱਤਾ ਜਾਵੇ, ਮੇਅਰ, ਤਾਂ ਤੁਸੀਂ ਕੀ ਕੰਮ ਕਰ ਸਕਦੇ ਹੋ। ਤਾਂ ਇਹਦੀ ਤੁਸੀਂ ਸੂਚੀ ਬਣਾਉਣੀ ਆ। ਤਾਂ ਤੁਸੀਂ ਸਭ ਤੋਂ ਪਹਿਲਾਂ ਆਪਣੇ ਸ਼ਹਿਰ ਦੀਆਂ ਕਿਹੜੀਆਂ ਸਮੱਸਿਆ ਦੇ ਵੱਲ ਧਿਆਨ ਦੇਵੋਗੇ, ਜਿਸ ਤਰ੍ਹਾਂ ਸੀਵਰੇਜ ਦੀ ਸਮੱਸਿਆ, ਪਾਣੀ ਦੀ ਸਮੱਸਿਆ, ਪੀਣ ਵਾਲੇ ਪਾਣੀ ਦੀ ਸਮੱਸਿਆ, ਮੀਂਹ ਦੇ ਪਾਣੀ ਦੀ ਸਮੱਸਿਆ। ਤਾਂ ਇਹਨਾਂ ਦੀ ਤੁਸੀਂ ਸੂਚੀ ਬਣਾਉਣੀ ਆ। ਤਾਂ ਇਹ ਜਿਹੜਾ ਸਾਡਾ ਸੀ ਲੈਸਨ, ਤਾਂ ਮੈਂ ਅਭਿਆਸ ਆ ਜਿਹੜੀ ਉਹ ਮੈਂ 2 ਮਿੰਟ ਦੇ ਵਿੱਚ ਦੁਬਾਰੇ ਸਾਰੀ ਕਰਾਊਂਗਾ। ਤਾਂ ਇਸੇ ਤਰ੍ਹਾਂ ਜਿਹੜੀ ਸਾਡੇ ਕੋਲੇ ਉਹ ਕਰਾਂਗੇ ਅਸੀਂ। ਤਾਂ ਅਸੀਂ ਸਭ ਤੋਂ ਪਹਿਲਾਂ ਕਿਹਦੇ ਬਾਰੇ ਪੜ੍ਹਿਆ, ਪਿੰਡਾਂ ਬਾਰੇ ਪੜ੍ਹਿਆ। ਤਾਂ ਪਿੰਡ ਦੇ ਵਿੱਚ ਸਭ ਤੋਂ ਜਿਹੜਾ ਮੁਖੀ ਹੁੰਦਾ ਪਿੰਡ ਦਾ ਉਹ ਕੌਣ ਹੁੰਦਾ ਹੈ, ਸਰਪੰਚ। ਤਾਂ ਸਰਪੰਚ ਦੀ ਚੋਣ ਆ ਜਿਹੜੀ ਉਹ ਪਿੰਡ ਦੇ ਵਾਸੀ ਕਰਦੇ ਹਨ। ਇਸੇ ਤਰ੍ਹਾਂ ਜਿਹੜੀ 75% ਆਬਾਦੀ ਹੈ ਜਿਹੜੀ ਉਹ ਅਸੀਂ ਪਿੰਡਾਂ ਦੇ ਵਿੱਚ ਨਿਰਧਾਰਿਤ ਹੋਈ ਆ ਤੇ 25% ਜਿਹੜੇ ਸ਼ਹਿਰਾਂ ਦੇ ਵਿੱਚ ਰਹਿੰਦੇ ਆ।
ਸ਼ਹਿਰਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ, ਉਹ ਲੋਕ ਨੇ ਜਿਹੜੇ ਆਪਣੀ ਰੁਜ਼ਗਾਰ ਦੀ ਭਾਲ ਦੇ ਵਿੱਚ ਆਉਂਦੇ ਆ, ਛੋਟੇ ਛੋਟੇ ਕਾਰਖਾਨਿਆਂ ਦੇ ਵਿੱਚ ਕੀ ਕਰਦੇ ਆ, ਕੰਮ ਕਰਦੇ ਆ। ਤਾਂ 90% ਆਬਾਦੀ ਹੈ ਜਿਹੜੀ ਪਿੰਡਾਂ ਦੇ ਵਿੱਚ ਹੈ, ਜਿਹੜੀ ਉਹ ਆਪਣੇ ਰੁਜ਼ਗਾਰ ਦੇ ਭਾਲ ਦੇ ਵਿੱਚ ਰਹਿੰਦੀ ਆ। ਤਾਂ ਸ਼ਹਿਰ ਵਾਸੀ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਨਗਰ ਪਾਲਿਕਾਵਾਂ ਦੇ ਦੁਆਰਾ ਕੀਤੀਆਂ ਜਾਂਦੀਆਂ ਹਨ। ਨਗਰ ਪਾਲਿਕਾਵਾਂ ਕੀ ਕਰਦੀ ਹੈ, ਸਹਿਯੋਗ ਕਰਦੀ ਹੈ। ਜਿਹੜੇ ਚੁਣੇ ਹੋਏ ਮੈਂਬਰ, ਚੁਣੇ ਹੋਏ ਆਪਣੇ ਜਿਹੜੇ ਉਹ ਹੁੰਦੇ ਆ MC, ਤਾਂ ਉਹ ਸਾਡੀਆਂ ਉਹ ਕਰਦੇ ਆ, ਕੰਮ ਕਰਦੇ ਆਗੇ। ਤਾਂ ਨਗਰ ਪੰਚਾਇਤ ਜਿਹੜੀ ਸਰਕਾਰ ਆ, ਨਗਰ ਪਾਲਿਕਾ ਅਤੇ ਨਗਰ ਨਿਗਮ, ਅਸੀਂ ਇਹ ਤਿੰਨ ਰੂਪਾਂ ਦੇ ਵਿੱਚ, ਤਿੰਨ ਸੰਸਥਾਵਾਂ ਦੇ ਰੂਪਾਂ ਦੇ ਵਿੱਚ ਪੜ੍ਹਿਆ। ਤਾਂ ਨਗਰ ਪੰਚਾਇਤ, ਨਗਰ ਕੌਂਸਲ, ਨਗਰ ਨਿਗਮ ਅਤੇ ਨਗਰ ਪਾਲਿਕਾਵਾਂ, ਤਾਂ ਇਹ ਕਿਵੇਂ ਕੰਮ ਕਰਦੀਆਂ ਨੇ। ਜਿਹੜੀ ਨਗਰ ਪੰਚਾਇਤ ਆ, ਇਹ ਜਨਸੰਖਿਆ 20,000 ਤੋਂ ਘੱਟ ਹੋਵੇ ਉੱਥੇ ਨਗਰ ਪੰਚਾਇਤ ਹੋਵੇਗੀ। ਇਸ ਤਰ੍ਹਾਂ ਨਗਰ ਪੰਚਾਇਤ ਸ਼ਹਿਰ ਦੀ ਮੁੱਢਲੀ ਸੰਸਥਾ ਹੁੰਦੀ ਹੈ। ਤਾਂ ਅਸੀਂ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਕੰਮ ਬਾਰੇ ਪੜ੍ਹਿਆ ਸੀ। ਤਾਂ ਜਿਹੜੀ ਸ਼ਹਿਰ ਵਿੱਚ ਤਿੰਨ ਤਰ੍ਹਾਂ ਦੀਆਂ ਕੀ ਹੁੰਦੀਆਂ ਨੇ, ਸਥਾਨਕ ਸਰਕਾਰਾਂ ਹੁੰਦੀਆਂ ਨੇ, ਨਗਰ ਪੰਚਾਇਤ, ਨਗਰ ਪਾਲਿਕਾ ਅਤੇ ਨਗਰ ਨਿਗਮ। ਤਾਂ ਇਸ ਤੋਂ ਬਾਅਦ ਅਸੀਂ ਕੁਐਸਚਨ ਕਰਾਂਗੇ। ਕੁਐਸਚਨਾਂ ਦੇ ਵਿੱਚ ਮੈਂ ਨਾਲ ਨਾਲ ਉੱਤਰ ਵੀ ਦਊਂਗਾ। ਸ਼ਹਿਰੀ ਸਥਾਨਕ ਸਰਕਾਰਾਂ ਦੀ ਮੁੱਢਲੀ ਸੰਸਥਾ ਦਾ ਕੀ ਨਾਂ ਹੈ? ਜਿਹੜੀ ਸ਼ਹਿਰੀ ਸਥਾਨਕ ਸਰਕਾਰ ਆ, ਉਹਦਾ ਕੀ ਜਿਹੜੀ ਸੰਸਥਾ ਹੁੰਦੀ ਆ, ਉਹ MC ਜਾਂ ਆਪਾਂ ਕੀ ਕਹਿੰਦੇ ਹੁੰਦੇ ਆ, ਨਗਰ ਪਾਲਿਕਾ ਦੇ ਨਾਂ ਨਾਲ ਜਾਣੀ ਜਾਂਦੀ ਹੈ। ਨਗਰ ਨਿਗਮ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਹੈ? ਨਗਰ ਨਿਗਮ ਦੇ ਮੁਖੀ ਨੂੰ ਮੇਅਰ ਕਿਹਾ ਜਾਂਦਾ ਹੈ। ਤਾਂ ਇਸ ਤਰ੍ਹਾਂ ਦੀਆਂ ਮੈਂ ਜਿਹੜੀਆਂ ਤਿੰਨ ਇਹ ਆਪਣੇ ਨਗਰ ਨਿਗਮਾਂ ਸੀ ਜਿਹੜੀਆਂ ਕਿੰਨੀਆਂ ਸੀਗੀਆਂ, 10 ਸੀਗੀਆਂ। ਤਾਂ ਮੈਂ ਉਹਦੇ ਵਿੱਚ ਤੁਹਾਨੂੰ ਨਾਮ ਵੀ ਦੱਸੇ ਸੀ। ਨਗਰ ਨਿਗਮ ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਪਟਿਆਲਾ, ਮੋਹਾਲੀ, ਫਗਵਾੜਾ, ਬਠਿੰਡਾ, ਪਠਾਨਕੋਟ ਵਿਖੇ ਹਨ। ਇਸੇ ਤਰ੍ਹਾਂ ਜਿਹੜੀਆਂ ਅਸੀਂ ਗੱਲ ਕੀਤੀ ਸੀ, ਆਪਣੇ ਸ਼ਹਿਰ ਦੇ ਕਿਸੇ ਚੌਂਪੜੀ ਵਾਲੇ ਖੇਤਰ ਵਿੱਚ ਜਾ ਕੇ ਉੱਥੋਂ ਦੇ ਰਹਿੰਦੇ ਲੋਕਾਂ ਦੀਆਂ ਸਮੱਸਿਆਵਾਂ ਦੀ ਸੂਚੀ ਬਣਾਉਣੀ ਆ। ਤਾਂ ਜਦੋਂ ਅਸੀਂ ਸ਼ਹਿਰ ਦੇ ਚੌਂਪੜੀ ਵਾਲੇ ਖੇਤਰਾਂ ਦੇ ਵਿੱਚ ਜਾਵਾਂਗੇ, ਜਿਹੜੀਆਂ ਸੂਚੀ ਦੇ ਵਿੱਚ ਮੈਨੂੰ ਲੱਗਦਾ ਵੀ ਪਹਿਲਾਂ ਉਹਨਾਂ ਨੂੰ ਰਹਿਣ ਸਹਿਣ ਦੀ ਸਮੱਸਿਆ, ਦੂਸਰੀ ਬਿਜਲੀ ਦੀ ਸਮੱਸਿਆ ਹੋਊ, ਤੀਸਰੀ ਵੀ ਹੋ ਸਕਦੀ ਹੈ ਵੀ ਕਿਸੇ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ, ਚੌਥੀ ਉਹਨਾਂ ਦੀ ਬਾਥਰੂਮਾਂ ਦੀ ਸਮੱਸਿਆ। ਤਾਂ ਇੱਦਾਂ ਜਿਹੜੀਆਂ ਸਾਡੀਆਂ ਸੂਚੀ ਬਣੂਗੀ, ਤਾਂ ਸੂਚੀ ਦੇ ਵਿੱਚ ਅਸੀਂ ਦੇਖਾਂਗੇ। ਤਾਂ ਜਿਹੜਾ ਕੌਂਸਲਰ ਵਿੱਚ ਇੱਕ ਮੇਅਰ ਅਤੇ ਉਪ ਮੇਅਰ ਹੁੰਦੇ ਨੇਗੇ। ਤਾਂ ਜਿਹੜੇ ਨਗਰ ਨਿਗਮ ਦੇ ਮੁਖੀ ਨੇ, ਉਹਦੇ ਵਿੱਚ ਇੱਕ ਮੇਅਰ ਹੁੰਦਾ ਅਤੇ ਇੱਕ ਉਪ ਮੇਅਰ ਹੁੰਦਾ। ਤਾਂ ਉਹਦਾ ਕਾਰਜਕਾਲ ਆ ਜਿਹੜਾ, ਇਹ ਕਿੰਨੇ ਸਾਲ ਹੁੰਦਾ ਹੈ? 5 ਸਾਲ ਹੁੰਦਾ ਹੈ। ਸੜਕਾਂ 'ਤੇ ਸਾਈਕਲ ਚਲਾਉਂਦੇ ਸਮੇਂ ਹੈਲਮਟ ਕਿਉਂ ਪਾਉਣਾ ਜ਼ਰੂਰੀ ਹੈ? ਤਾਂ ਸੜਕ 'ਤੇ ਸਾਈਕਲ ਜਾਂ ਅਸੀਂ ਮੋਟਰਸਾਈਕਲ, ਸਕੂਟਰ, ਕੁਛ ਵੀ 2 ਪਹੀਆ ਵਾਹਨ ਚਲਾਉਂਦੇ ਹਾਂ, ਤਾਂ ਹੈਲਮਟ ਪਾਉਣਾ ਬਹੁਤ ਜ਼ਰੂਰੀ ਆ, ਕਿਉਂਕਿ ਇਸ ਦੇ ਨਾਲ ਸਾਡੀ ਸੁਰੱਖਿਆ ਹੁੰਦੀ ਹੈ। ਸਿਰ ਦੀ ਸੱਟ ਮਨੁੱਖ ਦੀ ਜਾਨਲੇਵਾ ਸੱਟ ਹੁੰਦੀ ਹੈ। ਆਪਣੇ ਸ਼ਹਿਰ ਦੀ ਨਗਰ ਪਾਲਿਕਾ ਦੇ ਦਫ਼ਤਰ ਵਿੱਚ ਜਾਓ, ਇਸ ਬਾਰੇ ਆਪਣੀ ਕਾਪੀ ਦੇ ਉੱਤੇ ਤੇ ਲਿਖੋ। ਤਾਂ ਜਦੋਂ ਤੁਸੀਂ ਆਪਣੇ ਸ਼ਹਿਰ ਦੀ ਨਗਰ ਪਾਲਿਕਾ ਦੇ ਵਿੱਚ ਜਾਓਗੇ, ਤਾਂ ਉਸ ਦੇ ਵਿੱਚ ਮੇਅਰ ਦਾ ਨਾਂ ਲਿਖ ਸਕਦੇ ਹੋ ਤੁਸੀਂ, ਉਸ ਦੇ ਮੈਂਬਰਾਂ ਦੀ ਜਿਹੜੀ ਗਿਣਤੀ ਆ ਉਹਦੇ ਬਾਰੇ ਲਿਖ ਸਕਦੇ ਹੋ। ਤਾਂ ਉਹਨਾਂ ਦੇ ਕੰਮਾਂ ਬਾਰੇ ਲਿਖ ਸਕਦੇ ਹੋ ਵੀ ਇਹ ਕੀ ਕੰਮ ਕਰ ਰਹੇ ਆ। ਤਾਂ ਜਿਸ ਤਰ੍ਹਾਂ ਇਹਨਾਂ ਨੇ ਡਿਸਪੈਂਸਰੀ ਚਲਾ ਰਹੇ ਆ, ਸਕੂਲ ਦਾ ਪ੍ਰਬੰਧ ਚਲਾ ਰਹੇ ਆ, ਕੀ ਕੁਛ ਕੰਮ ਦੇ ਰਹੇ ਆ, ਤਾਂ ਕਰ ਕਿੱਥੋਂ ਲਗਾ ਰਹੇ ਆ, ਫੀਸ ਅਤੇ ਜੁਰਮਾਨੇ ਕਿੱਥੋਂ ਲੈ ਰਹੇ ਆ। ਤਾਂ ਇੱਦਾਂ ਜਿਹੜੇ ਨਗਰ ਅਤੇ ਪਾਲਿਕਾ ਦੇ ਜਿਹੜੇ ਦਫ਼ਤਰ ਦੇ ਵਿੱਚ ਤੁਸੀਂ ਆਪਣੇ ਕੰਮ ਲਿਖ ਸਕਦੇ ਹੋ। ਆਪਣੇ ਘਰ ਜਾਂ ਘਰ ਦੇ ਨੇੜੇ ਕਿਸੇ ਪਾਰਕ ਵਿੱਚ ਇੱਕ ਰੁੱਖ ਲਗਾਓ, ਵੱਡਾ ਹੋਣ ਤੱਕ ਇਸ ਦੀ ਦੇਖਭਾਲ ਕਰੋ। ਪਿਆਰੇ ਬੱਚਿਓ, ਅੱਜ ਦੇ ਸਮੇਂ ਦੇ ਵਿੱਚ ਸਾਨੂੰ ਬਹੁਤ ਲੋੜ ਆ। ਜੇ ਅਸੀਂ ਆਪਣੇ ਜਨਮ ਦਿਨ ਦੇ ਉੱਤੇ ਵੀ ਆਪਣੇ ਘਰ ਦੇ ਵਿੱਚ ਜਾਂ ਆਪਣੇ ਘਰ ਦੇ ਨੇੜੇ ਇੱਕ ਰੁੱਖ ਲਗਾਉਂਦੇ ਹਾਂ, ਤਾਂ ਉਸ ਦੇ ਨਾਲ ਜਿਹੜੀ ਸਾਡਾ ਵਾਤਾਵਰਨ ਸੁਰੱਖਿਅਤ ਰਹੇਗਾ ਅਤੇ ਅਸੀਂ ਆਪ ਸੁਰੱਖਿਅਤ ਰਹਾਂਗੇ। ਨਗਰ ਪੰਚਾਇਤ ਦੇਸ਼ ਵਿੱਚ ਬਣਾਈ ਜਾਂਦੀ ਹੈ। ਨਗਰ ਪੰਚਾਇਤ ਪਿੰਡਾਂ ਵਿੱਚ ਬਣਾਈ ਜਾਂਦੀ ਹੈ। ਸ਼ਹਿਰੀ ਸਥਾਨਕ ਸਰਕਾਰ ਦੇ ਕੰਮਾਂ ਦੀ ਦੇਖਭਾਲ ਦੇਸ਼ ਕਰਦੀ ਹੈ। ਨਗਰ ਨਿਗਮ ਕਰਦੀ ਹੈ। ਮੈਂਬਰਾਂ ਦੀ ਚੋਣ ਦੇਸ਼ ਵਿੱਚੋਂ ਕੀਤੀ ਜਾਂਦੀ ਹੈ। ਮੈਂਬਰਾਂ ਦੀ ਚੋਣ ਜਿਹੜੀ ਵਾਰਡਾਂ ਵਿੱਚੋਂ ਕੀਤੀ ਜਾਂਦੀ ਹੈ। ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਬਦਲ ਕੇ ਇਲਾਕੇ ਨੂੰ ਡੈਸ਼ ਕਿਹਾ ਜਾਂਦਾ ਹੈ। ਪੇਂਡੂ ਤੋਂ ਸ਼ਹਿਰੀ ਖੇਤਰਾਂ ਵਿੱਚ ਬਦਲ ਕੇ ਆਏ ਖੇਤਰਾਂ ਨੂੰ ਅਸੀਂ ਕੀ ਕਹਿੰਦੇ ਹਾਂ? ਨਗਰ ਸਥਾਨਕ ਸਰਕਾਰਾਂ, ਨਗਰ ਪੰਚਾਇਤ ਮੈਂਬਰ ਕਿਹਾ ਜਾਂਦਾ ਹੈ। ਭਾਰਤ ਵਿੱਚ ਡੈਸ਼ ਅਤੇ ਡੈਸ਼ ਕੇਂਦਰੀ ਸ਼ਾਸਤ ਪ੍ਰਦੇਸ਼ ਹਨ। ਭਾਰਤ ਵਿੱਚ ਕਿੰਨੇ ਜਿਹੜੇ ਜ਼ਿਲ੍ਹੇ ਨੇ, ਉਹ ਜਿਹੜੇ ਆਪਣੇ ਕੋਲ 9 ਕੇਂਦਰੀ ਸ਼ਾਸਤ ਪ੍ਰਦੇਸ਼ ਨੇ, 28 ਜਿਹੜੇ ਜ਼ਿਲ੍ਹੇ ਹਨ। ਤਾਂ ਇਸ ਤਰ੍ਹਾਂ ਜਿਹੜੇ ਅਸੀਂ ਅੱਜ ਇਹਨਾਂ ਦੀ ਗੱਲ ਕੀਤੀ। ਤਾਂ ਮੈਂ ਇੱਕ ਵਾਰ ਫਿਰ ਤੁਹਾਨੂੰ ਰਿਵੀਜ਼ਨ ਦੇ ਤੌਰ 'ਤੇ ਸਾਰੀਆਂ ਜਿਹੜੀਆਂ
ਆਪਾਂ ਗੱਲਾਂ ਕੀਤੀਆਂ, ਤਾਂ ਉਹਨਾਂ ਬਾਰੇ ਆਪਾਂ ਅੱਜ ਗੱਲ ਕਰਾਂਗੇ। ਤਾਂ ਇਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ, ਪਹਿਲਾਂ ਸਭ ਤੋਂ ਪਹਿਲਾਂ ਅਸੀਂ ਪੜ੍ਹਿਆ ਜਿਹੜੇ ਸੀਗੇ ਜ਼ਿਲ੍ਹਾ ਪ੍ਰਬੰਧ। ਜ਼ਿਲ੍ਹਾ ਪ੍ਰਬੰਧ ਦੇ ਵਿੱਚ ਅਸੀਂ ਕੀ ਕੀਤਾ ਸੀਗਾ, ਦੇਸ਼ ਦੇ ਵਿੱਚ ਦੁਨੀਆ ਵਿੱਚ ਸਭ ਤੋਂ ਵੱਡਾ ਜਿਹੜਾ ਲੋਕਤੰਤਰ ਆ ਉਹ ਕਿਹੜੇ ਦੇਸ਼ ਦਾ ਹੈ, ਭਾਰਤ ਦਾ ਹੈ। 28 ਰਾਜ ਨੇ ਇੱਥੇ, 9 ਕੇਂਦਰੀ ਸ਼ਾਸਤ ਪ੍ਰਦੇਸ਼ ਹਨ। ਤਾਂ ਉਹ ਆਪਣੀ ਸਰਕਾਰ ਹੁੰਦੀ ਆ ਅਤੇ ਮੁਖੀ ਰਾਜਪਾਲ ਅਤੇ ਇਹਨਾਂ ਦੇ ਕੀ ਹੁੰਦੇ ਨੇ, ਮੁੱਖ ਮੰਤਰੀ ਹੁੰਦੇ ਨੇ। ਤਾਂ ਅਸੀਂ ਨਗਰ ਪਾਲਿਕਾ ਬਾਰੇ ਪੜ੍ਹਿਆ, ਨਗਰ ਪਾਲਿਕਾ ਦੇ ਕੰਮਾਂ ਦੇ ਵਿੱਚ ਕੀ ਕੁਛ ਅਸੀਂ ਸਾਡੇ ਕੋਲੇ, ਸ਼ਹਿਰਾਂ ਦੇ ਵਿੱਚ ਨਗਰ ਪਾਲਿਕਾ ਦੁਆਰਾ ਹੀ ਬਿਜਲੀ ਅਤੇ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ, ਸੜਕਾਂ ਦਾ ਨਿਰਮਾਣ ਕੀਤਾ ਜਾਂਦਾ ਹੈ, ਕਬਜ਼ੇ ਜਿਹੜੇ ਨਜਾਇਜ਼ ਕਬਜ਼ੇ ਨੇ ਉਹ ਹਟਾਏ ਜਾਂਦੇ ਨੇ। ਨਜਾਇਜ਼ ਕਬਜ਼ਿਆਂ ਤੋਂ ਭਾਵ ਹੁੰਦਾ, ਜਿਸ ਤਰ੍ਹਾਂ ਦੁਕਾਨਦਾਰ ਨੇ ਬਾਹਰ ਆਪਣਾ ਸਮਾਨ ਰੱਖ ਲੈਂਦੇ ਆ, ਬਾਹਰ ਸਮਾਨ ਰੱਖਣ ਦੇ ਨਾਲ ਉਹਨਾਂ ਦੀ ਜਿਹੜੀਆਂ ਸੜਕਾਂ ਦੀ ਘੱਟ ਜਾਂਦਾ, ਤਾਂ ਉਹਦੇ ਨਾਲ ਕੀ ਹੁੰਦਾ, ਉਹ ਆਵਾਜਾਈ ਨੂੰ ਰੋਕਦੇ ਆ। ਆਵਾਜਾਈ ਨੂੰ ਰੋਕਣ ਕਰਕੇ ਉਹ ਕੀ ਹੁੰਦੇ ਨੇ, ਰਸਤੇ ਤੰਗ ਹੋ ਜਾਂਦੇ ਆ। ਤਾਂ ਜਿਹੜੇ ਇਹਨਾਂ ਨੂੰ ਅਸੀਂ ਨਜਾਇਜ਼ ਕਬਜ਼ੇ ਮੰਨਦੇ ਆ, ਤਾਂ ਨਜਾਇਜ਼ ਕਬਜ਼ਿਆਂ ਨੂੰ ਕੀ ਕਰਦੀ ਆ, ਉਹ ਰੋਕਦੀ ਆ। ਤਾਂ ਇਸੇ ਤਰ੍ਹਾਂ ਜਿਹੜੇ ਨਗਰ ਪੰਚਾਇਤ ਬਾਰੇ ਪੜ੍ਹਿਆ ਸੀ, ਵੱਧਦੇ ਹੋਏ ਕਸਬੇ ਵਿੱਚ ਯੋਜਨਾਵਾਂ ਬਣਾਉਂਦੀ ਹੈ। ਜਿਸ ਤਰ੍ਹਾਂ ਵਿਕਾਸ ਹੋਈ ਜਾਂਦਾ ਆਪਣਾ, ਤਾਂ ਆਪਣਾ ਏਰੀਆ ਜਿਹੜਾ ਵਧੀ ਜਾ ਰਿਹਾ ਹੈ, ਨਗਰ ਨੂੰ ਸੁੰਦਰ ਬਣਾਉਣ ਦੇ ਲਈ ਮਨਜ਼ੂਰ ਕਰਦੀ ਆ। ਉਹ ਆਪਣੇ ਖੇਤਰਾਂ ਵਿੱਚ ਜਨ ਸਿਹਤ, ਸਫਾਈ, ਸੜਕਾਂ ਅਤੇ ਪੁਲ ਦਾ ਨਿਰਮਾਣ ਕਰਦੀ ਹੈ। ਹਰੇਕ ਪੰਚਾਇਤ ਆ ਜਿਹੜੀ ਨਗਰ ਪੰਚਾਇਤ ਆ, ਪਿੰਡ ਦੇ ਵਿੱਚ ਜਨਸੰਖਿਆ 20,000 ਤੋਂ ਘੱਟ ਹੋਵੇ, ਸਥਾਨਕ ਪੰਚਾਇਤ ਬਣਾਈ ਜਾਂਦੀ ਹੈ। ਪੰਜਾਬ ਵਿੱਚ ਨਗਰ ਪੰਚਾਇਤ ਕਿਹਾ ਜਾਂਦਾ ਹੈ। ਮੈਂਬਰਾਂ ਦੀ ਗਿਣਤੀ ਜਿਹੜੀ ਉਹ ਕਿਸ ਦੇ ਆਧਾਰ 'ਤੇ ਮਿਥੀ ਜਾਂਦੀ ਹੈ, ਵਾਰਡਾਂ ਵਿੱਚ ਵੰਡ ਕੇ ਉਹਨਾਂ ਦੀ ਚੋਣ ਕੀਤੀ ਜਾਂਦੀ ਹੈ। ਤਾਂ ਇਹ ਜਿਹੜੀ ਸਾਨੂੰ ਪਿਕਚਰ ਦੇ ਵਿੱਚ ਦਿਖ ਰਹੀ ਆ, ਤਾਂ ਇਹ ਵੋਇਸ ਲੋਕਾਂ ਦੀ ਆ, ਵੋਟ ਪਾਉਂਦੇ ਆ। ਵੋਟ ਪਾਉਣ ਦੇ ਵੋਟ ਪਾਉਣ ਦੇ 2 ਤਰੀਕੇ ਆ। ਇੱਕ ਪਹਿਲਾਂ ਜਿਹੜੇ ਪੁਰਾਣਾ ਤਰੀਕਾ ਸੀ ਉਹ ਡੱਬੇ ਦੇ ਵਿੱਚ ਵੋਟ ਪਾਈ ਜਾਂਦੀ ਸੀ, ਅਤੇ ਜਿਹੜਾ ਹੁਣ ਨਵਾਂ ਤਰੀਕਾ ਉਹ ਮਸ਼ੀਨਾਂ ਦੇ ਰਾਹੀਂ ਵੋਟ ਪਾਈ ਜਾਂਦੀ ਹੈ। ਸ਼ਹਿਰੀ ਸਥਾਨਕ ਸ਼ਾਸਨ ਦੀਆਂ ਜਿਹੜੀਆਂ 3 ਸੰਸਥਾਵਾਂ ਸੀ ਆਪਾਂ ਨੇ ਪੜ੍ਹੀਆਂ ਸੀ, ਨਗਰ ਪੰਚਾਇਤ, ਨਗਰ ਪਾਲਿਕਾ ਅਤੇ ਨਗਰ ਨਿਗਮ। ਤਾਂ ਪਿਆਰੇ ਬੱਚੋ, ਇਹ ਸਾਡਾ ਅੱਜ ਦਾ ਲੈਸਨ ਸੀ, ਜਿਹਦੇ ਵਿੱਚ ਅਸੀਂ ਨਗਰ ਪਾਲਿਕਾ ਦੇ ਕੰਮਾਂ ਬਾਰੇ ਪੜ੍ਹਿਆ। ਨਗਰ ਪਾਲਿਕਾ ਦੇ ਵਿੱਚ ਕੰਮ ਦੇ ਵਿੱਚ ਫਿਰ ਮੈਂ ਦੱਸਣਾ, ਬਿਜਲੀ, ਪਾਣੀ, ਸਫਾਈ ਦਾ ਪ੍ਰਬੰਧ ਸੀ। ਫਿਰ ਜ਼ਿਲ੍ਹਾ ਪ੍ਰਬੰਧ ਬਾਰੇ ਪੜ੍ਹਿਆ ਸੀ। ਉਸ ਤੋਂ ਬਾਅਦ ਅਸੀਂ ਉਹਨਾਂ ਦੀਆਂ ਸਹੂਲਤਾਂ ਬਾਰੇ ਪੜ੍ਹਿਆ, ਕਿੱਥੋਂ ਜਿਹੜੇ ਸਹੂਲਤ ਲੱਗ ਰਹੇ ਆ ਇਹ ਕਰ, ਤਾਂ ਅਸੀਂ ਉਹਨਾਂ ਬਾਰੇ ਪੜ੍ਹਿਆ। ਤਾਂ ਜਿਹੜੇ ਉਹ ਕੰਮ ਕਿਵੇਂ ਕਰਦੀ ਹੈ, ਤਾਂ ਅਸੀਂ ਅਭਿਆਸ ਦੇ ਵਿੱਚ ਕੁਐਸਚਨ ਕੀਤੇ। ਤਾਂ ਇਸ ਦੇ ਨਾਲ ਜਿਹੜਾ ਪਿਆਰੇ ਬੱਚੋ ਲੈਸਨ ਸੀ, ਜਿਹੜਾ ਉਹ ਤੁਹਾਡਾ 6ਵੀਂ ਕਲਾਸ ਲੈਸਨ 20 ਸਮਾਜਿਕ ਸਿੱਖਿਆ ਦਾ ਇਹ ਕੀ ਹੁੰਦਾ, ਖਤਮ ਹੁੰਦਾ। ਤਾਂ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਮੈਂ ਤੁਹਾਡਾ ਬਨੀਤ ਕੁਮਾਰ। ਜੇ ਤੁਹਾਨੂੰ ਕਿਸੇ ਨਹੀਂ ਸਮਝ ਆਇਆ ਤਾਂ ਤੁਸੀਂ ਮੇਰੇ ਨਾਲ 84 278 77 224